Hello dear students, I am Avtar Singh and today we will start third lecture of our first chapter that is sets. So ਅੱਜ ਦੇ ਲੈਕਚਰ ਵਿੱਚ ਆਪਾਂ 1.2 ਐਕਸਰਸਾਈਜ਼ ਤੋਂ ਸਟਾਰਟ ਕਰਾਂਗੇ ਬਿਕੋਜ਼ 1.1 ਐਕਸਰਸਾਈਜ਼ ਆਪਾਂ ਲਾਸਟ ਲੈਕਚਰ ਤੱਕ ਕੰਪਲੀਟ ਕਰ ਚੁੱਕੇ ਸੀ ਬਟ 1.2 ਐਕਸਰਸਾਈਜ਼ ਨੂੰ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਸੈਟਸ ਦੀਆਂ ਕੁਝ ਟਾਈਪਸ ਬਾਰੇ ਸਟੱਡੀ ਕਰਾਂਗੇ ਜਿਵੇਂ ਕਿ ਆਪਾਂ ਨੂੰ ਫਸਟ ਟਾਈਪ ਦਿੱਤੀ ਹੋਈ ਹੈ ਐਮਪਟੀ ਸੈਟਸ। ਹਾਂਜੀ ਤਾਂ ਐਮਪਟੀ ਸੈਟਸ ਨੂੰ ਨਲ ਸੈਟ ਵੀ ਕਿਹਾ ਜਾਂਦਾ ਜਾਂ ਵੋਇਡ ਸੈਟਸ ਵੀ ਕਿਹਾ ਜਾਂਦਾ, ਉਹ ਆਪਾਂ ਅੱਗੇ ਜਾ ਕੇ ਸਟੱਡੀ ਕਰਾਂਗੇ। ਐਂਡ ਆਪਣੇ ਕੋਲ ਸੈਕਿੰਡ ਟਾਈਪ ਹੈ ਫਾਈਨਾਈਟ ਸੈਟਸ। ਹਾਂਜੀ ਤਾਂ ਮੋਸਟ ਇੰਪੋਰਟੈਂਟ ਟਾਈਪ ਰਹੇਗੀ ਫਾਈਨਾਈਟ ਸੈਟਸ। ਉਸ ਤੋਂ ਬਾਅਦ ਆਪਣੇ ਕੋਲ ਨੈਕਸਟ ਟਾਈਪ ਹੈ ਇਨਫਾਈਨਾਈਟ ਸੈਟਸ। ਹਾਂਜੀ ਉਸ ਤੋਂ ਬਾਅਦ ਲਾਸਟ ਟਾਈਪ ਆਪਣੇ ਕੋਲ ਇਕੁਅਲ ਸੈਟਸ। ਸੋ ਆਪਣੇ ਕੋਲ ਇਹ ਚਾਰ ਟਾਈਪਸ ਰਹਿਣਗੀਆਂ ਸੈਟਸ ਦੀਆਂ ਮੋਸਟ ਇੰਪੋਰਟੈਂਟ। ਸੋ ਅੱਜ ਦੇ ਲੈਕਚਰ ਵਿੱਚ ਆਪਾਂ ਇਹਨਾਂ ਚਾਰੋਂ ਟਾਈਪਸ ਨੂੰ ਕਰਦੇ ਹੋਏ ਨਾਲ ਨਾਲ ਐਕਸਰਸਾਈਜ਼ 1.2 ਦੇ ਕੁਐਸਚਨਸ ਵੀ ਟਰਾਈ ਕਰਾਂਗੇ। ਠੀਕ ਹੈ, ਸੋ ਆਪਾਂ ਸਟਾਰਟ ਕਰਦੇ ਹਾਂ। ਐਂਡ ਆਪਣੇ ਕੋਲ ਫਸਟ ਟਾਈਪ ਦਿੱਤੀ ਹੋਈ ਹੈ ਐਮਪਟੀ ਸੈਟ। ਹਾਂਜੀ ਤਾਂ ਫਸਟਲੀ ਆਪਾਂ ਡੈਫੀਨੇਸ਼ਨ ਤੋਂ ਸਟਾਰਟ ਕਰਦੇ ਹਾਂ। ਅ ਸੈਟ ਵਿਚ ਡਜ਼ ਨਾਟ ਕੰਟੇਨ ਐਨੀ ਐਲੀਮੈਂਟ ਇਜ਼ ਕਾਲਡ ਐਮਪਟੀ ਸੈਟ ਔਰ ਨਲ ਸੈਟ ਔਰ ਵੋਇਡ ਸੈਟ। ਸੋ ਪਲੀਜ਼ ਇਸ ਨੂੰ ਚੰਗੇ ਤਰੀਕੇ ਨੋਟ ਕਰ ਲਿਓ। ਆਪਾਂ ਇਸ ਨੂੰ ਤਿੰਨ ਨਾਮ ਨਾਲ ਬੁਲਾਉਂਦੇ ਹਾਂ। ਐਮਪਟੀ ਸੈਟ ਵੀ ਕਿਹਾ ਜਾਂਦਾ, ਨਲ ਸੈਟ ਵੀ ਕਿਹਾ ਜਾਂਦਾ ਐਂਡ ਵੋਇਡ ਸੈਟ ਵੀ ਕਿਹਾ ਜਾਂਦਾ। ਕਲੀਅਰ। ਸੋ ਡੈਫੀਨੇਸ਼ਨ ਕੀ ਰਹੇਗੀ? ਵਿਚ ਡਜ਼ ਨਾਟ ਕੰਟੇਨ ਐਨੀ ਐਲੀਮੈਂਟ। ਕਲੀਅਰ। ਓਕੇ, ਸੋ ਇਸ ਨੂੰ ਰੀਪ੍ਰਜੈਂਟ ਕਿਸ ਨਾਲ ਕੀਤਾ ਜਾਂਦਾ? ਇਸ ਦਾ ਇਹ ਸਿੰਬਲ ਹੁੰਦਾ ਜੀ ਫਾਈ। ਠੀਕ ਹੈ, ਸੋ ਐਮਪਟੀ ਸੈਟ ਇਜ਼ ਡਿਨੋਟਡ ਬਾਈ ਸਿੰਬਲ ਫਾਈ ਜਾਂ ਫਿਰ ਆਪਾਂ ਖਾਲੀ ਬ੍ਰੈਕਟਸ ਨਾਲ ਵੀ ਇਸ ਨੂੰ ਰੀਪ੍ਰਜੈਂਟ ਕਰ ਸਕਦੇ ਹਾਂ। ਠੀਕ ਹੈ, ਸੋ ਐਮਪਟੀ ਸੈਟ ਨੂੰ ਰੀਪ੍ਰਜੈਂਟ ਕਰਨੀਆਂ ਦੋ ਆਪਣੇ ਕੋਲ ਨੋਟੇਸ਼ਨਸ ਰਹਿਣਗੀਆਂ, ਜਾਂ ਤਾਂ ਆਪਾਂ ਓਨਲੀ ਫਾਈ ਲਿਖ ਦਈਏ ਐਂਡ ਜਾਂ ਖਾਲੀ ਬ੍ਰੈਕਟਸ। ਕਲੀਅਰ। ਐਂਡ ਜੇਕਰ ਆਪਾਂ ਐਮਪਟੀ ਸੈਟ ਦੀ ਐਗਜ਼ਾਮਪਲ ਲੈ ਕੇ ਚੱਲੀਏ, ਸੋ ਐਗਜ਼ਾਮਪਲ ਦੇ ਵਿੱਚ ਜਿਵੇਂ ਮੈਂ ਕਿਹਾ ਹੋਇਆ ਕੋਈ ਸੈਟ V ਜਿਸ ਦੇ ਵਿੱਚ X ਆਪਾਂ ਐਲੀਮੈਂਟ ਲੈ ਕੇ ਚੱਲੇ ਹਾਂ। ਸੋ X ਇਜ਼ ਅ ਸਟੂਡੈਂਟ ਪ੍ਰੈਜ਼ੈਂਟਲੀ ਸਟੱਡਿੰਗ ਇਨ ਬੋਥ ਕਲਾਸ 10th ਐਂਡ 11th। ਸੋ ਹੁਣ ਇੱਦਾਂ ਦਾ ਤਾਂ ਕੋਈ ਵੀ ਬੱਚਾ ਨਹੀਂ ਹੋ ਸਕਦਾ ਜੋ ਪ੍ਰੈਜ਼ੈਂਟਲੀ 10th ਕਲਾਸ 'ਚ ਵੀ ਸਟੱਡੀ ਕਰ ਰਿਹਾ ਹੋਵੇ ਐਂਡ 11th ਵਿੱਚ ਵੀ। ਸੋ ਇਸ ਦੇ ਵਿੱਚ ਆਪਣੇ ਕੋਲ ਨੋ ਐਲੀਮੈਂਟ ਆਏਗਾ। ਸੋ ਦੈਟਸ ਵਾਈ ਇਹ ਕਿਸ ਦੀ ਐਗਜ਼ਾਮਪਲ ਹੋਗੀ? ਐਮਪਟੀ ਸੈਟ ਦੀ। ਸੋ ਵੀ ਅਬਜ਼ਰਵ ਦੈਟ a student cannot study simultaneously in both classes 10th and 11th, thus the set B contains no element at all. So that's why ਜਿਹੜਾ ਇਹ B set ਹੋਏਗਾ ਇਹ ਕਿਹੜਾ ਹੋਏਗਾ? empty set. ਸੋ ਆਪਣੇ ਕੋਲੇ empty set ਦੀ ਨੈਕਸਟ ਐਗਜ਼ਾਮਪਲ ਹੈ ਕੋਈ ਸੈਟ C ਦਿੱਤਾ ਹੋਇਆ ਜਿਸ ਦੇ ਵਿੱਚ ਆਪਾਂ X ਕੋਈ ਐਲੀਮੈਂਟ ਲੈ ਕੇ ਚੱਲੇ ਹਾਂ। X is an even prime number greater than 2। ਹਾਂਜੀ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਓਨਲੀ ਈਵਨ ਪ੍ਰਾਈਮ ਨੰਬਰ ਹੈ ਜਿਹੜਾ ਉਹ 2 ਹੀ ਹੈ। ਠੀਕ ਹੈ, 2 ਤੋਂ ਇਲਾਵਾ ਕੋਈ ਵੀ ਪ੍ਰਾਈਮ ਨੰਬਰ ਇੱਦਾਂ ਦਾ ਨਹੀਂ ਜਿਹੜਾ ਈਵਨ ਹੋਵੇ। ਸੋ ਇਹਨਾਂ ਨੇ ਆਪਾਂ ਨੂੰ ਕੀ ਆਖਿਆ? X ਇਜ਼ ਐਨ ਈਵਨ ਪ੍ਰਾਈਮ ਨੰਬਰ ਗ੍ਰੇਟਰ ਦੈਨ 2। ਹੁਣ ਇਸ ਤੋਂ ਗ੍ਰੇਟਰ ਤਾਂ ਕੋਈ ਹੈ ਹੀ ਨਹੀਂ। ਸੋ ਦੈਟਸ ਵਾਈ ਇਹ ਕਿਹੜਾ ਸੈੱਟ ਹੋਇਆ? ਐਮਪਟੀ ਸੈੱਟ। ਸੋ ਆਪਾਂ ਕਹਿ ਸਕਦੇ ਹਾਂ ਦੈਨ C ਇਜ਼ ਐਮਪਟੀ ਸੈੱਟ ਬਿਕੋਜ਼ 2 ਇਜ਼ ਦਾ ਓਨਲੀ ਈਵਨ ਪ੍ਰਾਈਮ ਨੰਬਰ। ਇਸ ਤੋਂ ਇਲਾਵਾ 2 ਤੋਂ ਇਲਾਵਾ ਹੋਰ ਕੋਈ ਵੀ ਈਵਨ ਪ੍ਰਾਈਮ ਨੰਬਰ ਨਹੀਂ ਹੈਗਾ। ਦੈਟਸ ਵਾਈ ਇਹ ਕਿਹੜਾ ਹੋਇਆ? ਐਮਪਟੀ ਸੈੱਟ। ਸੋ ਆਪਣੇ ਕੋਲ ਨੈਕਸਟ ਐਗਜ਼ਾਮਪਲ ਦਿੱਤੀ ਹੋਈ ਹੈ D। ਕੋਈ D ਸੈਟ ਦਿੱਤਾ ਹੋਇਆ ਜਿਸ ਦੇ ਵਿੱਚ ਆਪਾਂ ਨੂੰ ਕਿਹਾ ਉਹਨਾਂ ਨੇ x² ਇਜ਼ ਇਕੁਅਲਸ ਟੂ 4 ਬਟ x ਆ ਜਿਹੜਾ ਉਹ ਆਪਾਂ ਨੂੰ ਇਹਨਾਂ ਨੇ ਔਡ ਕਿਹਾ। ਹੁਣ ਤੁਸੀਂ ਆਪ ਹੀ ਦੇਖੋ x ਦੀ ਕੋਈ ਵੀ ਔਡ ਵੈਲਿਊ ਪੁੱਟ ਕਰਕੇ ਦੇਖ ਲਓ ਕਿ ਉਸ ਦੀ ਜਦੋਂ ਆਪਾਂ ਸਕੁਏਅਰ ਕਰਾਂਗੇ ਕਿ ਉਸ ਦੀ ਵੈਲਿਊ 4 ਬਣ ਜਾਏਗੀ? ਨੋ। ਸੋ ਦੈਟਸ ਵਾਈ ਜਿਹੜੇ ਇਹ ਹੋਊਗਾ ਇਹ ਵੀ ਕਿਹੜਾ ਹੋਊਗਾ? ਐਮਪਟੀ ਸੈਟ। ਦੈਨ D ਇਜ਼ ਐਮਪਟੀ ਸੈਟ because the equation x² is equals to 4 is not satisfied by any odd value of x. Clear? So hopefully ਤੁਹਾਡੇ empty set clear ਹੋ ਗਿਆ ਹੋਣਾ। ਇਸ ਨੂੰ null set ਜਾਂ void set ਵੀ ਕਿਹਾ ਜਾਂਦਾ। ਸੋ ਨੈਕਸਟ ਆਪਾਂ exercise 1.2 ਦਾ ਫਸਟ ਸਮ ਟਰਾਈ ਕਰਦੇ ਹਾਂ। ਸੋ ਆਪਾਂ ਨੂੰ exercise 1.2 ਦਾ ਫਸਟ ਕੁਐਸਚਨ ਗਿਵਨ ਹੈ which of the following are examples of null set। ਹਾਂਜੀ ਨਲ ਸੈਟ ਦੀ ਜਗ੍ਹਾ ਤੇ ਆਪਾਂ ਨੂੰ ਐਮਪਟੀ ਸੈਟ ਵੀ ਲਿਖਿਆ ਮਿਲ ਸਕਦਾ ਜਾਂ ਵੋਇਡ ਸੈਟ ਵੀ ਲਿਖਿਆ ਮਿਲ ਸਕਦਾ। ਠੀਕ ਹੈ, ਸੋ ਆਪਾਂ ਫਸਟ ਐਗਜ਼ਾਮਪਲ ਰੀਡ ਕਰਦੇ ਹਾਂ। ਸੈਟ ਆਫ ਔਡ ਨੈਚੁਰਲ ਨੰਬਰਸ ਦੈਟ ਆਰ ਡਿਵਿਜ਼ੀਬਲ ਬਾਈ 2। ਹਾਂਜੀ ਤਾਂ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਕੋਈ ਵੀ ਇੱਦਾਂ ਦਾ ਔਡ ਨੰਬਰ ਨਹੀਂ ਹੈਗਾ ਜਿਹੜਾ 2 ਨਾਲ ਡਿਵਾਈਡ ਹੋ ਜੇ। ਸੋ ਇਹ ਆਪਣੇ ਕੋਲ ਕਿਹੜਾ ਸੈਟ ਬਣਿਆ? ਐਮਪਟੀ ਸੈਟ ਬਿਕੋਜ਼ ਇਸ ਦੇ ਵਿੱਚ ਕੋਈ ਵੀ ਐਲੀਮੈਂਟ ਐਗਜ਼ਿਸਟ ਨਹੀਂ ਕਰਦਾ। ਕਲੀਅਰ। ਸੋ ਆਪਾਂ ਇੱਥੇ ਫਸਟ ਦਾ ਆਨਸਰ ਲਿਖ ਦਿੰਦੇ ਹਾਂ ਐਮਪਟੀ ਸੈਟ। ਕਲੀਅਰ। ਨੈਕਸਟ ਆਪਾਂ ਸੈਕਿੰਡ ਕੁਐਸਚਨ ਰੀਡ ਕਰਦੇ ਹਾਂ। ਸੋ ਸੈਕਿੰਡ ਕੁਐਸਚਨ ਆਪਾਂ ਨੂੰ ਦਿੱਤਾ ਹੋਇਆ ਸੈਟ ਆਫ ਈਵਨ ਪ੍ਰਾਈਮ ਨੰਬਰਸ। ਹਾਂਜੀ ਤਾਂ ਈਵਨ ਪ੍ਰਾਈਮ ਨੰਬਰਸ ਆਪਾਂ ਨੂੰ ਪਤਾ ਹੈ 2 ਆਪਣੇ ਕੋਲ ਈਵਨ ਪ੍ਰਾਈਮ ਨੰਬਰ ਆ। ਸੋ ਇਹ ਐਮਪਟੀ ਸੈਟ ਨਹੀਂ ਹੈਗਾ ਬਿਕੋਜ਼ 2 ਇਹਦੇ ਵਿੱਚ ਕੋਈ ਆਲਰੇਡੀ ਐਲੀਮੈਂਟ ਐਗਜ਼ਿਸਟ ਕਰ ਰਿਹਾ। ਸੋ ਇਹ ਕਿਹੜਾ ਹੋਏਗਾ? ਨੋਨ ਐਮਪਟੀ ਸੈਟ। ਕਲੀਅਰ। ਸੋ ਨੈਕਸਟ ਆਪਾਂ ਥਰਡ ਪਾਰਟ ਰੀਡ ਕਰਦੇ ਹਾਂ।
हाँ जी, तो x अपन कोई एलीमेंट दिता है, x इज़ नैचुरल नंबर सच दैट x की वैल्यू है जी वो 5 तो छोटी है एंड 7 तो वड्डी है। हुण ये तो पॉसीबल ही नहीं भी कोई वैल्यू 5 तो छोटी होवे एंड 7 तो वड्डी होवे। सो यह भी की होएगा एम्प्टी सैट। क्लीयर। सो नैक्सट आप फोर्थ पार्ट रीड करते हैं। हाँ जी, तो y अपन कोई एलीमेंट दिता होया, y इज़ अ पॉइंट कॉमन टू एनी टू पैरल लाइन्स। हाँ जी, तो जिमें कि हुण आपां नूं आह दोनों पैरल लाइन्स दित्तियां होईयां, इन्हां दे इन बिटवीन तो कोई भी कॉमन पॉइंट नहीं होएगा। ठीक है। सो यह सैट किहड़ा होएगा, एम्प्टी सैट। क्लीयर। सो अपने फर्स्ट क्वेश्चन दे विच ओनली सैकेंड पार्ट नूं छड्ड के अपने सारे दे सारे की है, एम्प्टी सैट है। ठीक है। सो अपनी नैक्सट टाइप है फाइनाइट एंड इनफाइनाइट सैट्स। हाँ जी, तो फर्स्टली आप डेफिनेशन तो स्टार्ट करते हैं। जेकर आप डेफिनेशन नूं रीड करिए, अ सैट विच इज़ एम्प्टी। हाँ जी, तो फाइनाइट सैट है जिहड़ा वो एम्प्टी भी हो सकता, प्लीज़ नोट कर लियो। अ सैट विच इज़ एम्प्टी और कंसिस्ट्स ऑफ डेफिनाइट नंबर ऑफ एलीमेंट्स इज़ कॉल्ड फाइनाइट। ओके, जां तां उसदे एलीमेंट्स नूं आपां गिण सकते होईए जां ओह एम्प्टी होवे। सो उस सैट नूं की बोलिया जांदा, फाइनाइट। अदरवाइज द सैट इज़ कॉल्ड इनफाइनाइट। क्लीयर। सो जिस दे एलीमेंट्स नूं आपां नहीं गिण सकते उस सैट नूं की बोलिया जांदा, इनफाइनाइट। सो आपां नूं कुछ एग्जांपल्स दित्तियां होईयां, जिवें कि फर्स्ट एग्जांपल आ, लैट W बी एनी सैट ऑफ डेज ऑफ वीक। हाँ जी, तो इस नूं तां आपां गिण ही सकते हैं बिकॉज आपां नूं पता 7 डेज हुंदे आ वीक दे विच। सो यह किहड़ा सैट रहेगा, फाइनाइट सैट। सो आपां नूं सैकेंड एग्जांपल दित्ती हुई है, लेट S बी सैट ऑफ सोल्यूशंस ऑफ द इक्वेशन x² - 16 इज इक्वल्स टू 0। हाँ जी, सो इस दे किहड़े सोल्यूशन रहेंगे, एक तो -4 एंड एक 4। यही दोनों सैटिस्फाई कर रहे हैं ना। सो अपने को यह दोनों एलीमेंट्स रहेंगे इस सैट दे। ओके, सो इन्हां नूं तां आपां गिण ही सकते हैं। सो दैट्स वाई S इज़ फाइनाइट सैट। सो नैक्सट आपां नूं थर्ड एग्जांपल दित्ती हुई है, लेट G बी सैट ऑफ पॉइंट्स ऑन लाइन। हाँ जी, तो हुण एक आपां नूं नंबर लाइन दित्ती हुई है जां कोई भी लाइन दित्ती हुई है, इस दे उपर अपने को किन्ने भी पॉइंट्स हो सकते हैं, इन्हां नूं तां आपां गिण ही नहीं सकते, है ना। सो यह किहड़ा सैट रहेगा, सो ये सैट रहेगा जी अपने को इनफाइनाइट सैट। क्लीयर। सो हुण आपां एक्सरसाइज 1.2 का सैकेंड क्वेश्चन ट्राई करते हैं, जिहड़ा कि फाइनाइट एंड इनफाइनाइट सैट्स दे बेस्ड आ जी। सो आपां नूं पुछया गया, विच ऑफ द फॉलोइंग सैट्स आर फाइनाइट और इनफाइनाइट। सो ये तो आपां ईजली दस सकते हैं, जिवें कि आपां नूं फर्स्ट पार्ट दिता होया, द सैट ऑफ मंथ्स ऑफ ईयर। सो यह तो आपां नूं ईजली पता है, ये फाइनाइट है। ठीक है, इन्हां नूं आपां गिण ही सकते हैं। सैकेंड आपां नूं दिता होया 1 2 3 अप टू सो ऑन। हाँ जी, तो इसका तो सीधा सीधा मतलब आपां नूं पता ही नहीं कित्थों तक जा रहा। सो सैकेंड की रहेगा, इनफाइनाइट। ओके, सो थर्ड पार्ट आपां नूं दिता होया 1 2 3 अप टू सो ऑन 99 एंड लास्ट एलीमेंट दिता होया आपां नूं 100। सो इन्हां नूं भी आपां गिण ही सकते हैं, आपां नूं पता है 100 आइटम्स आ, 100 एलीमेंट्स पे है। सो यह भी की रहेगा, फाइनाइट। एंड फोर्थ आपां नूं दिता होया द सैट ऑफ पॉजिटिव इंटीजर्स ग्रेटर दैन 100। हाँ जी, तो हुण 100 तो उपर आपां नूं पता ही नहीं भी किन्ने एलीमेंट्स आ सकते हैं, किन्ने पॉजिटिव इंटीजर्स आ सकते हैं। सो यह भी की रहेगा, इनफाइनाइट। एंड लास्ट अपने को रहेगा द सैट ऑफ प्राइम नंबर्स लैस दैन 99। हाँ जी, तो इन्हां नूं तो आपां ईजली गिण सकते हैं, 99 तो नीचे किहड़े प्राइम नंबर्स आ जाते हैं, 2 तो शुरू हो जाएंगे। ठीक है, सो यह भी की रहेगा, फाइनाइट। सो आपां लास्ट ते लिख भी लेने हैं। फर्स्ट अपने को रहेगा फाइनाइट, ठीक है, एंड सेकंड रहेगा इनफाइनाइट। ओके, थर्ड रहेगा अपने को फाइनाइट, एंड फोर्थ रहेगा अपने को इनफाइनाइट, एंड फिफ्थ रहेगा अपने को द सेट ऑफ प्राइम नंबर्स लेस दैन 99। सो यह भी की रहेगा, फाइनाइट। क्लीयर। एंड अपना थर्ड क्वेश्चन भी फाइनाइट एंड इनफाइनाइट सैट रिलेटेड ही है। सो अपन की पूछा इन्होंने, स्टेट वैदर ईच ऑफ द फॉलोइंग सैट्स इज फाइनाइट और इनफाइनाइट। हाँ जी, सो अपन फर्स्ट एग्जांपल दी हुई है, द सैट ऑफ लाइन्स विच आर पैरल टू एक्स एक्सिस। हाँ जी, तो जिमें कि आप कह दें यह अपने को ग्राफ आ एंड आ वाली अपने को एक्स एक्सिस आ। सो इस दे पैरल हुण आपां कितनियां भी लाइन्स ड्रॉ कर सकते हैं। सो यह तो आपां नूं पता ही नहीं, है ना। सो यही की रहेगा, इनफाइनाइट। सो फर्स्ट का आंसर मैं इत्थे लिख देना, आई पा देना ओनली। ठीक है, इनफाइनाइट। एंड नैक्सट अपने को सैकेंड पार्ट है, द सैट ऑफ लैटर्स इन इंग्लिश अल्फाबैट। हाँ जी, तो यह तो आपको ईजली पता भी 26 लैटर्स होंगे है। सो यही की रहेगा अपने को सैकेंड का आंसर रहेगा, फाइनाइट। सो मैं इतने ओनली F पा देना। ठीक है, नैक्सट आपको थर्ड पार्ट पूछा उन्होंने, द सैट ऑफ नंबर्स विच आर मल्टीपल ऑफ 5।
हाँ जी, तो मल्टीपल ऑफ 5 ਤਾਂ ਕਿੰਨੇ ਹੀ ਨੰਬਰ ਹੋ ਸਕਦੇ ਆ, ਇਹਨਾਂ ਨੂੰ ਤਾਂ ਆਪਾਂ ਗਿਣ ਹੀ ਨਹੀਂ ਸਕਦੇ। ਠੀਕ ਹੈ, ਐਂਡ ਆਪਾਂ ਨੂੰ ਪਤਾ ਹੀ ਨਹੀਂ ਵੀ ਲਾਸਟ ਨੰਬਰ ਕਿਹੜਾ ਰਹੇਗਾ। ਸੋ ਇਹ ਕੀ ਰਹੇਗਾ, ਇਨਫਾਈਨਾਈਟ। ਸੋ ਥਰਡ ਦਾ ਆਨਸਰ ਆਪਣੇ ਕੋਲ ਆਏਗਾ ਇਨਫਾਈਨਾਈਟ ਸੈਟ। ਕਲੀਅਰ। ਐਂਡ ਨੈਕਸਟ ਆਪਾਂ ਨੂੰ ਫੋਰਥ ਪਾਰਟ ਗਿਵਨ ਹੈ ਦ ਸੈਟ ਆਫ ਐਨੀਮਲਸ ਲਿਵਿੰਗ ਔਨ ਅਰਥ। हाँ जी, सो ये तो फाइनाइट सैट आ, ईजली अपन पता लग रहा। सो इसका आंसर की आएगा फाइनाइट। क्लीयर। बिकॉज इन्हों तो आप गिन ही सकते हैं, जिमें कि अपन पता टाइगर्स किन्ने रह गए सी। सो इन्हों तो ईजली जेकर सर्वे किया जाए तो गिनिया जा सकता। ठीक है। सो नैक्सट अपन लास्ट पार्ट गिवन है द सैट ऑफ सर्कल्स पासिंग थ्रू ओरिजन 0 0। हाँ जी, तो ओरिजन के विचों तो किन्ने भी सर्कल्स पास कर सकते हैं। सो इसका भी आंसर की रहेगा इनफाइनाइट। क्लीयर। सो लास्ट का भी आंसर अपने को की रहेगा इनफाइनाइट। ओके। एंड अपनी नैक्सट टाइप है इक्वल सैट्स। सो ये मोस्ट इंपॉर्टेंट टाइप रहेगी, इसनों ध्यान नाल करना बिकॉज इहदे बेस ते क्वेश्चन बनता ही बनता। सो फर्स्टली आप डेफिनेशन रीड करते हैं। गिवन टू सैट्स ए एंड बी इफ एवरी एलीमेंट ऑफ ए इज आल्सो एन एलीमेंट ऑफ बी। हाँ जी, तो प्लीज़ इसनों ध्यान नाल पढ़ लियो। इफ एवरी एलीमेंट ऑफ ए इज आल्सो एन एलीमेंट ऑफ बी and if every element of B is also an element of A, then the sets A and B are said to be equal. Okay, for example जिवें मैं कह दिया A दे विच आपां नूं एलीमेंट्स दिते हुए है 1 2 3 4। ठीक है। एंड B दे विच आपां नूं एलीमेंट्स दिते हुए है 4 2 3 एंड 1। सो हुण देखो तुसी क्लीयरली ਵੀ ਜਿਹੜੇ ਵੀ A ਦੇ ਵਿੱਚ ਐਲੀਮੈਂਟਸ ਆ ਉਹ B ਦੇ ਵਿੱਚ ਵੀ ਹੈਗੇ ਆ, ਐਂਡ ਜਿਹੜੇ B ਦੇ ਵਿੱਚ ਐਲੀਮੈਂਟਸ ਆ ਉਹ A ਦੇ ਵਿੱਚ ਵੀ ਹੈਗੇ ਆ। ਸੋ ਦੈਟਸ ਵਾਈ ਆਪਾਂ ਕੀ ਲਿਖ ਸਕਦੇ ਆ, A ਇਜ਼ ਇਕੁਅਲਸ ਟੂ B, ਜਾਂ ਆਪਾਂ ਇਹ ਵੀ ਕਹਿ ਸਕਦੇ ਆ A ਐਂਡ B ਆਰ ਇਕੁਅਲ ਸੈਟਸ। ਕਲੀਅਰ। ਸੋ ਨੈਕਸਟ ਆਪਾਂ ਇਕੁਅਲ ਸੈਟਸ ਦੀ ਇੱਕ ਹੋਰ ਡੈਫੀਨੇਸ਼ਨ ਰੀਡ ਕਰਦੇ ਆ। ਟੂ ਸੈਟਸ A ਐਂਡ B ਆਰ ਸੈਡ ਟੂ ਬੀ ਇਕੁਅਲ ਇਫ ਦੇ ਹੈਵ ਐਗਜ਼ੈਕਟਲੀ ਸੇਮ ਐਲੀਮੈਂਟਸ। क्लीयर। वही चीज़ आप करके हटे हैं, एग्जाम्पल भी आप ली सी। एंड देन वी कैन राइट दैम A इज इक्वल्स टू B। ओके। अदरवाइज द सैट्स आर सेड टू बी अनइक्वल। सो उन्होंने आप किद्दां लिखांगे, A इज नॉट इक्वल्स टू B। क्लीयर। जेकर आप इक्वल सैट्स आ जान तो उन्होंने आप लिखांगे A इज इक्वल्स टू B एंड अनइक्वल आप लिखांगे A इज नॉट इक्वल्स टू B। सो नैक्सट आपां नूं एग्जाम्पल्स दित्तियां हुई कुछ इक्वल सैट्स दियां, जिवें कि आपां नूं फर्स्ट एग्जाम्पल दित्ती हुई आ कोई A सैट दिता होया जिस दे एलीमेंट्स आ 1 2 3 4 एंड B दिता होया 3 1 4 2। ये एग्जाम्पल तो आपां पहलां भी लै चुके हैं, है ना। सो जिहड़े भी A दे एलीमेंट्स आ वो B दे भी हैगे आ, एंड जिहड़े B दे एलीमेंट्स आ वो A दे भी हैगे आ। सो दैट्स वाई आपां इसनूं की लिख सकते हैं, A इज इक्वल्स टू B। सो नैक्सट आपां सैकेंड एग्जाम्पल रीड करते हैं। हाँ जी, लैट A बी सैट ऑफ प्राइम नंबर्स लैस दैन 6। ओके। सो हुण आपां नूं A कोई सैट दिता होया, प्राइम नंबर्स का सैट है लैस दैन 6। सो अपने को किहड़े आ जाएंगे, फर्स्ट 2 आएगा, उस तो बाद 3 आएगा एंड नैक्सट आएगा 5। ठीक है। ओके। सो उस तो बाद आप रीड करते हैं पी बी सैट ऑफ प्राइम फैक्टर्स ऑफ 30। हाँ जी, तो प्राइम फैक्टर्स जेकर आप 30 की गल करिए तो किहड़े आउणगे। सो आप ये भी एक सैट बना लें। पी आपां नूं एक होर सैट दिता होया। ओके। सो फर्स्ट अपने को आएगा 2 बिकॉज प्राइम क्या है उन्होंने, नैक्सट आएगा अपने को 3 एंड उस तो बाद आएगा अपने को 5। क्लीयर। सो हुण आपां अगे रीड करते हैं दैन A एंड P आर इक्वल। सो ये तो आपां नूं ईजली विजिबल हो रहा बिकॉज A दे विच भी उही एलीमेंट्स आ एंड P दे विच भी उही एलीमेंट्स आ। सिंस 2 3 5 आर द ओनली प्राइम फैक्टर्स ऑफ 30 एंड आल्सो दीज आर लैस दैन 6। सो जिहड़े इदां दे आपां नूं सैट्स मिलणगे, इन्हां सैट्स नूं की बोलिया जाएगा, इक्वल सैट्स। सो इत्थे अपने कोले A एंड P की हो गए इक्वल सैट्स। क्लीयर। सो नैक्सट आप फोर्थ क्वेश्चन ट्राई करते हैं एक्सरसाइज 1.2 का, जिहड़ा कि इक्वल सैट्स के बेस्ड है। सो आपको दिता होया इन द फॉलोइंग स्टेट वैदर A इज इक्वल्स टू B और नॉट। हाँ जी, तो फर्स्टली आप A सैट देखते हैं। A सैट के आपको एलीमेंट्स दिते हुए आ A B C एंड D। तो फर्स्टली आप देखांगे भी A दे जिहड़े एलीमेंट्स आ वो B सैट विच हैगे आ कि नहीं। हाँ जी, तो D भी हैगा, C भी हैगा, B भी हैगा एंड A भी हैगा, एंड जिहड़े B दे एलीमेंट्स आ ये A दे विच भी हैगे आ। सो जिहड़ा अपने कोल फर्स्ट रहेगा, फर्स्ट किहड़ा रहेगा, A इज इक्वल्स टू B। क्लीयर। बिकॉज जिहड़े A दे एलीमेंट्स आ वो सारे B दे भी हैगे आ एंड जिहड़े B दे एलीमेंट्स आ वो सारे दे सारे A दे भी हैगे आ। ठीक है। सो नैक्सट अपने कोल सैकेंड पार्ट दिता होया
ਆਪਾਂ ਨੂੰ A ਦੇ ਐਲੀਮੈਂਟਸ ਦਿੱਤੇ ਹੋਏ ਆ 4 8 12 ਐਂਡ 16। ਫਸਟਲੀ 4 ਦੇਖੀਏ ਆਪਾਂ B ਦੇ ਵਿੱਚ ਹੈਗਾ, ਹਾਂਜੀ ਹੈਗਾ। ਉਸ ਤੋਂ ਬਾਅਦ 8 ਵੀ ਹੈਗਾ। ਉਸ ਤੋਂ ਬਾਅਦ 12, ਸੋ 12 ਹੈ ਨਹੀਂਗਾ। ਸੋ ਇਸ ਦਾ ਮਤਲਬ ਕੀ ਹੋਇਆ, ਜਿਹੜਾ A ਹੈ ਉਹ ਨੋਟ ਇਕੁਅਲ ਟੂ ਹੋਏਗਾ B ਦੇ। ਕਲੀਅਰ। ਸੋ ਇਹ ਆਪਣਾ ਸੈਕਿੰਡ ਪਾਰਟ ਦਾ ਆਨਸਰ ਰਹੇਗਾ। ਠੀਕ ਹੈ। ਸੋ ਨੈਕਸਟ ਆਪਾਂ ਨੂੰ ਥਰਡ ਪਾਰਟ ਪੁੱਛਿਆ ਉਹਨਾਂ ਨੇ। A ਦੇ ਆਪਾਂ ਨੂੰ ਐਲੀਮੈਂਟਸ ਦਿੱਤੇ ਹੋਏ ਆ 2 4 6 8 10 ਐਂਡ ਜਿਹੜਾ ਆਪਾਂ ਨੂੰ B ਸੈਟ ਦਿੱਤਾ ਹੋਇਆ, B ਦੇ ਆਪਾਂ ਨੂੰ ਐਲੀਮੈਂਟਸ ਦਿੱਤੇ ਹੋਏ ਆ x ਇਜ਼ ਅ ਪੋਜ਼ਿਟਿਵ ਈਵਨ ਇੰਟੀਜ਼ਰ ਤੇ x ਦੀ ਵੈਲਿਊ ਹੈ ਜਿਹੜੀ ਉਹ ਗ੍ਰੇਟਰ ਦੈਨ ਇਕੁਅਲਸ ਟੂ 10 ਹੈ। ਤਾਂ ਫਸਟਲੀ ਆਪਾਂ B ਸੈਟ ਨੂੰ ਰੋਸਟਰ ਫਾਰਮ ਵਿੱਚ ਕਨਵਰਟ ਕਰਦੇ ਹਾਂ, ਹਨਾ। ਤਾਂ ਆਪਣਾ B ਸੈਟ ਕੀ ਬਣ ਜਾਏਗਾ, ਸੋ ਮੈਂ ਥਰਡ ਪਾਰਟ ਦਾ ਆਨਸਰ ਲਿਖ ਰਿਹਾ। B ਸੈਟ ਆਪਣਾ ਹੋ ਜਾਏਗਾ ਪੋਜ਼ਿਟਿਵ ਈਵਨ ਇੰਟੀਜ਼ਰ ਤੇ x ਦੀ ਵੈਲਿਊ 10 ਦੇ ਇਕੁਅਲ ਆ। ਹਾਂਜੀ, ਤਾਂ ਫਸਟ ਆਪਣੇ ਕੋਲ 2 ਆਏਗਾ, 4 6 8 ਐਂਡ 10 ਇਹੀ ਐਲੀਮੈਂਟਸ ਆਉਣਗੇ। ਐਂਡ ਜਿਹੜਾ ਆਪਾਂ ਨੂੰ ਹੁਣ A ਸੈਟ ਦੇਖੋ, A ਦੇ ਐਲੀਮੈਂਟਸ ਵੀ ਕਿਹੜੇ ਕਿਹੜੇ ਦਿੱਤੇ ਹੋਏ ਆ 2 4 6 8 ਐਂਡ 10 ਐਂਡ B ਦੇ ਐਲੀਮੈਂਟਸ ਵੀ ਇਹੀ ਆ ਰਹੇ ਆ 2 4 6 8 10। ਸੋ ਜਿਹੜਾ ਆਪਣੇ ਕੋਲ A ਸੈਟ ਹੋ ਗਿਆ, ਉਸ ਦੇ ਸਾਰੇ ਐਲੀਮੈਂਟਸ B ਦੇ ਵਿੱਚ ਵੀ ਹੈਗੇ ਆ ਐਂਡ B ਦੇ ਐਲੀਮੈਂਟਸ ਆ ਜਿਹੜੇ ਉਹ A ਦੇ ਵਿੱਚ ਵੀ ਹੈਗੇ ਆ। ਸੋ ਆਪਣੇ ਕੋਲ ਥਰਡ ਦਾ ਆਨਸਰ ਕੀ ਆਏਗਾ, ਸੋ ਥਰਡ ਦਾ ਆਨਸਰ ਆਏਗਾ ਆਪਣੇ ਕੋਲ A ਇਜ਼ ਇਕੁਅਲਸ ਟੂ B। ਕਲੀਅਰ। ਸੋ ਨੈਕਸਟ ਆਪਾਂ ਨੂੰ ਫੋਰਥ ਪਾਰਟ ਪੁੱਛਿਆ ਉਹਨਾਂ ਨੇ। A ਆਪਾਂ ਨੂੰ ਕੋਈ ਸੈਟ ਦਿੱਤਾ ਹੋਇਆ x ਇਜ਼ ਮਲਟੀਪਲ ਆਫ 10। ਹਾਂਜੀ, ਤਾਂ ਜਿਹੜੀਆਂ x ਦੀਆਂ ਵੈਲਿਊਜ਼ ਆ ਉਹ 10 ਦੇ ਮਲਟੀਪਲਸ ਆ। ਬਟ ਜਿਹੜਾ B ਸੈਟ ਦਿੱਤਾ ਹੋਇਆ, B ਦੇ ਆਪਾਂ ਨੂੰ ਕਿਹੜੇ ਕਿਹੜੇ ਦਿੱਤੇ ਹੋਏ ਆ 10 15 20 25। ਹਾਂਜੀ, ਤਾਂ ਹੁਣ ਦੇਖੋ ਜਿਹੜੇ 15 ਤੇ 25 ਆ ਇਹ ਤਾਂ 10 ਦੇ ਮਲਟੀਪਲਸ ਹੈ ਨਹੀਂਗੇ। ਸੋ ਦੈਟਸ ਵਾਈ ਜਿਹੜਾ A ਸੈਟ ਹੈ ਉਹ B ਸੈਟ ਦੇ ਇਕੁਅਲ ਨਹੀਂ ਹੋਏਗਾ। ਸੋ ਆਪਣੀ ਕੋਲ ਫੋਰਥ ਦਾ ਕੀ ਆਨਸਰ ਆਏਗਾ, A ਇਜ਼ ਨਾਟ ਇਕੁਅਲਸ ਟੂ B। ਕਲੀਅਰ। ਸੋ ਇਹੀ ਆਨਸਰ ਕਿਸ ਦਾ ਰਹੇਗਾ, ਫੋਰਥ ਦਾ। ਠੀਕ ਹੈ। ਸੋ ਨੈਕਸਟ ਆਪਣਾ ਫਿਫਥ ਕੁਐਸਚਨ ਵੀ ਇਕੁਅਲ ਸੈਟ ਬੇਸਡ ਹੀ ਹੈ। ਆਰ ਦਾ ਫੋਲੋਇੰਗ ਪੇਅਰ ਆਫ ਸੈਟਸ ਆਰ ਇਕੁਅਲ ਔਰ ਨਾਟ। ਹਾਂਜੀ, ਤਾਂ ਆਪਾਂ ਰੀਜ਼ਨਸ ਵੀ ਦੇਣੇ ਆ। ਸੋ ਆਪਾਂ ਨੂੰ ਫਸਟ ਦਿੱਤਾ ਹੋਇਆ A ਦੇ ਆਪਾਂ ਨੂੰ ਐਲੀਮੈਂਟਸ ਦਿੱਤੇ ਹੋਏ ਆ 2 ਐਂਡ 3 ਐਂਡ B ਆਪਾਂ ਨੂੰ ਸੈਟ ਬਿਲਡਰ ਫਾਰਮ ਵਿੱਚ ਦਿੱਤਾ ਹੋਇਆ x ਇਜ਼ ਅ ਸੋਲੂਸ਼ਨ ਆਫ x² + 5x + 6। ਹਾਂਜੀ, ਤਾਂ ਇਸ ਨੂੰ ਪਹਿਲਾਂ ਆਪਾਂ ਸੋਲਵ ਕਰਕੇ ਦੇਖਦੇ ਹਾਂ। ਕੁਆਡਰੇਟਿਕ ਬਣੀ ਪਈ ਹੈ ਆਪਣੇ ਕੋਲੇ। ਸੋ ਆਪਣੇ ਕੋਲੇ ਆ ਜਾਏਗਾ ਮਲਟੀਪਲਾਈ ਹੋ ਕੇ ਆਪਣੇ ਕੋਲ 6 ਆਵੇ ਐਂਡ ਪਲੱਸ ਹੋ ਕੇ ਆਵੇ 5। ਸੋ ਆਪਾਂ ਇਸ ਨੂੰ ਲਿਖਾਂਗੇ x² + 3x + 2x + 6, ਹੈ ਨਾ। ਸੋ ਹੁਣ ਦੇਖੋ ਜੀ, ਫਸਟ ਦੇ ਵਿੱਚੋਂ ਆਪਾਂ ਨੂੰ ਕੀ ਕਾਮਨ ਨਿਕਲ ਰਿਹਾ x + 3। ਸੋ ਨੈਕਸਟ ਦੇ ਵਿੱਚੋਂ ਆਪਾਂ ਨੂੰ ਕੀ ਕਾਮਨ ਨਿਕਲ ਰਿਹਾ 2x + 3। ਕਲੀਅਰ। ਸੋ ਹੁਣ ਆਪਣੇ ਕੋਲ ਕੀ ਕੁਝ ਬਣ ਜਾਣਗੇ, x ਦੀ ਵੈਲਿਊ ਆ ਜਾਏਗੀ ਇੱਕ ਤਾਂ -2 ਐਂਡ ਇੱਕ ਆ ਜਾਏਗੀ x ਦੀ ਵੈਲਿਊ -3। ਬਟ ਆਪਣੇ ਕੋਲ ਹੁਣ ਸੈੱਟ ਕਿਹੜਾ ਬਣ ਗਿਆ -2 ਐਂਡ -3। ਠੀਕ ਹੈ। ਬਟ ਆਪਾਂ ਨੂੰ ਇਹਨਾਂ ਨੇ ਕਿਹੜੇ ਸੈੱਟ ਦੇ ਇਕੁਅਲ ਪੁੱਛਿਆ ਸੀਗਾ, A ਸੈੱਟ ਸੀਗਾ ਆਪਣੇ ਕੋਲ 2 ਐਂਡ 3 ਦਾ। ਬਟ ਆਪਣੇ ਕੋਲ ਜਿਹੜਾ B ਸੈੱਟ ਆਇਆ ਉਸ ਦੇ ਐਲੀਮੈਂਟਸ ਹੈਗੇ ਆ -2 ਐਂਡ -3। ਸੋ ਦੈਟਸ ਵਾਈ ਇਹ ਕੀ ਹੋ ਗਏ, ਨਾਟ ਇਕੁਅਲ, ਬਿਕੋਜ਼ ਜਿਹੜੇ ਐਲੀਮੈਂਟਸ ਆ ਉਹ ਅਲੱਗ-ਅਲੱਗ। ਸੋ ਆਪਣੇ ਕੋਲ ਫਸਟ ਦਾ ਆਨਸਰ ਕੀ ਆਏਗਾ, A ਇਜ਼ ਨਾਟ ਇਕੁਅਲਸ ਟੂ B। ਕਲੀਅਰ। ਸੋ ਨੈਕਸਟ ਆਪਾਂ ਨੂੰ ਸੈਕਿੰਡ ਪਾਰਟ ਦਿੱਤਾ ਹੋਇਆ, ਆਪਾਂ ਨੂੰ A ਸੈਟ ਦਿੱਤਾ ਹੋਇਆ x ਇਜ਼ ਅ ਲੈਟਰ ਇਨ ਦਾ ਵਰਡ ਫੋਲੋ। ਹਾਂਜੀ, ਤਾਂ ਫੋਲੋ ਵਰਡ ਦਾ ਆਪਾਂ ਪਹਿਲਾਂ ਇਸ ਨੂੰ ਰੋਸਟਰ ਫਾਰਮ ਵਿੱਚ ਕਨਵਰਟ ਕਰਦੇ ਹਾਂ, ਬਿਕੋਜ਼ ਮੈਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਐਲੀਮੈਂਟ ਨੂੰ ਰਿਪੀਟ ਨਹੀਂ ਕਰਨਾ ਹੁੰਦਾ। ਸੋ ਆਪਣਾ A ਸੈਟ ਕਿਹੜਾ ਬਣ ਜਾਏਗਾ, ਇੱਕ ਤਾਂ ਆਪਣੇ ਕੋਲੇ ਆ ਜਾਏਗਾ F, ਇੱਕ O ਆ ਜਾਏਗਾ, ਇੱਕ ਹੋਰ L ਆ ਜਾਏਗਾ ਐਂਡ ਇੱਕ ਹੋਰ ਕਿਹੜਾ ਆ ਜਾਏਗਾ W। ਠੀਕ ਹੈ। ਬਿਕੋਜ਼ ਜਿਹੜੇ O ਸੀ ਉਹ ਆਪਣੇ ਕੋਲੇ 2 ਵਾਰ ਆ ਰਿਹਾ ਸੀ, ਸੋ ਮੈਂ ਇੱਥੇ 1 ਵਾਰ ਲਿਖ ਲਿਆ ਐਂਡ ਜਿਹੜਾ L ਸੀ ਉਹ ਵੀ ਇੱਥੇ ਕਿੰਨੇ ਵਾਰ ਆ ਰਿਹਾ ਸੀ, 2 ਵਾਰ। ਸੋ ਆਪਾਂ 1 ਵਾਰ ਲਿਖ ਲਿਆ, ਬਿਕੋਜ਼ ਆਪਾਂ ਰੋਸਟਰ ਫਾਰਮ ਵਿੱਚ ਕਦੇ ਵੀ ਰਿਪੀਟ ਨਹੀਂ ਕਰਦੇ ਹੁੰਦੇ ਲੈਟਰ ਨੂੰ। ਠੀਕ ਹੈ। ਸੋ ਹੁਣ ਆਪਣਾ ਜਿਹੜਾ ਸੈੱਟ B ਹੈ, B ਦੇ ਵਿੱਚ ਆਪਾਂ ਨੂੰ ਕਿਹੜੇ ਕਿਹੜੇ ਐਲੀਮੈਂਟਸ ਦਿੱਤੇ ਹੋਏ ਆ, ਵੋਲਫ ਦਿੱਤਾ ਹੋਇਆ WOLF। ਸੋ ਹੁਣ ਆਪਾਂ ਦੇਖਦੇ ਹਾਂ ਜਿਹੜਾ W ਐਲੀਮੈਂਟ ਹੈ ਉਹ A ਦੇ ਵਿੱਚ ਵੀ ਹੈਗਾ, ਉਸ ਤੋਂ ਬਾਅਦ ਜਿਹੜਾ O ਹੈ ਉਹ ਵੀ ਹੈਗਾ A ਵਿੱਚ ਐਂਡ ਉਸ ਤੋਂ ਬਾਅਦ ਜਿਹੜਾ L ਹੈ ਉਹ ਵੀ ਹੈਗਾ A ਵਿੱਚ ਐਂਡ ਲਾਸਟ ਵਨ F ਇਹ ਵੀ ਹੈਗਾ। ਠੀਕ ਹੈ। ਸੋ ਜਿਹੜੇ A ਦੇ ਐਲੀਮੈਂਟਸ ਆ ਉਹ B ਦੇ ਵੀ ਹੈਗੇ ਆ ਐਂਡ ਜਿਹੜੇ B ਦੇ ਐਲੀਮੈਂਟਸ ਆ ਉਹ A ਦੇ ਵੀ ਹੈਗੇ ਆ। ਸੋ ਜਿਹੜਾ ਆਪਣੇ ਕੋਲੇ A ਸੈੱਟ ਹੋਇਆ ਉਹ ਕਿਸ ਦੇ ਇਕੁਅਲ ਹੋਏਗਾ, B ਸੈੱਟ ਦੇ। ਕਲੀਅਰ। ਸੋ ਨੈਕਸਟ ਆਪਾਂ ਨੂੰ 6th ਕੁਐਸਚਨ ਗਿਵਨ ਹੈ, ਇਹ ਵੀ ਇਕੁਅਲ ਸੈਟਸ ਬੇਸਡ ਹੀ ਹੈ। ਫਰੋਮ ਦਾ ਸੈਟਸ ਗਿਵਨ ਬਿਲੋ ਸਿਲੈਕਟ ਦਾ ਇਕੁਅਲ ਸੈਟਸ। ਇਹ ਲਾਸਟ ਕੁਐਸਚਨ ਰਹੇਗਾ ਆਪਣਾ ਐਕਸਰਸਾਈਜ਼ 1.2 ਦਾ। ਹਾਂਜੀ, ਤਾਂ A ਨੂੰ ਆਪਾਂ ਦੇਖਦੇ ਹਾਂ ਕਿਸੇ ਦੇ ਨਾਲ ਇਕੁਅਲ ਹੈਗਾ 2 4 8 ਐਂਡ 12। ਸੋ ਹੁਣ ਦੇਖੋ ਵੀ ਇਹ ਚਾਰੋਂ ਐਲੀਮੈਂਟਸ ਕਿਸੇ ਹੋਰ ਸੈੱਟ ਵਿੱਚ ਆ ਰਹੇ ਆ 2 4
A12 ਇਸ ਵਿੱਚ 8 ਨਹੀਂ ਆ ਰਿਹਾ, ਇਸ ਦੇ ਵਿੱਚ 2 ਨਹੀਂ ਆ ਰਿਹਾ, ਐਂਡ D ਦੇ ਵਿੱਚ ਆਪਣੇ ਕੋਲੇ 8 ਨਹੀਂ ਆ ਰਿਹਾ, ਇਸ ਦੇ ਵਿੱਚ ਤਾਂ ਕੋਈ ਨਹੀਂ ਆ ਰਿਹਾ, ਇਸ ਦੇ ਵਿੱਚ ਵੀ ਨਹੀਂ, ਇਸ ਦੇ ਵਿੱਚ ਵੀ ਨਹੀਂ, ਐਂਡ ਇਸ ਦੇ ਵਿੱਚ ਵੀ ਨਹੀਂ। ਸੋ ਜਿਹੜਾ ਆਪਣਾ A ਸੈੱਟ ਆ ਇਹ ਤਾਂ ਕਿਸੇ ਦੇ ਨਾਲ ਵੀ ਇਕੁਅਲ ਹੈ ਨਹੀਂਗਾ, ਠੀਕ ਹੈ। ਓਕੇ, ਸੋ ਹੁਣ ਆਪਾਂ B ਸੈੱਟ ਤੇ ਵੱਧਦੇ ਹਾਂ। B ਸੈੱਟ ਦੇ ਐਲੀਮੈਂਟਸ ਦਿੱਤੇ ਹੋਏ ਆਪਾਂ ਨੂੰ 1 2 3 4। ਸੋ ਇਹ ਐਲੀਮੈਂਟਸ ਕਿਸੇ ਦੇ ਨਾਲ ਇਕੁਅਲ ਹੈਗੇ ਆ। ਓਕੇ, C ਦੇ ਨਾਲ ਤਾਂ ਹੈ ਨਹੀਂਗੇ, D ਦੇ ਨਾਲ ਚੈੱਕ ਕਰਦੇ ਹਾਂ। D ਦੇ ਨਾਲ ਹੈਗੇ ਆ, ਦੇਖੋ 1 2 3 4, ਇੱਥੇ ਵੀ ਸੇਮ ਹੀ ਆ 1 2 3 ਐਂਡ 4। ਸੋ ਆਪਾਂ ਇੱਥੇ ਲਿਖ ਸਕਦੇ ਹਾਂ ਵੀ ਜਿਹੜਾ B ਸੈੱਟ ਆ ਉਹ ਕਿਸ ਦੇ ਇਕੁਅਲ ਆ, D ਦੇ। ਕਲੀਅਰ। ਹੋਰ ਕਿਸੇ ਦੇ ਇਕੁਅਲ ਦੇਖ ਲੈਂਦੇ ਆ, ਹੋਰ ਕਿਸੇ ਦੇ ਵੀ ਇਕੁਅਲ ਹੈ ਨਹੀਂਗਾ, ਠੀਕ ਹੈ। ਸੋ ਨੈਕਸਟ ਆਪਾਂ C ਸੈੱਟ ਦੀ ਗੱਲ ਕਰਦੇ ਹਾਂ। ਜਿਹੜਾ C ਸੈੱਟ ਆਪਣਾ, C ਦੇ ਐਲੀਮੈਂਟਸ ਹੈਗੇ ਆ 4 8 12 ਐਂਡ 14। ਸੋ ਇਹ ਐਲੀਮੈਂਟਸ ਤਾਂ ਆਪਾਂ ਨੂੰ ਕਿਸੇ ਵੀ ਹੋਰ ਸੈੱਟ ਵਿੱਚ ਨਹੀਂ ਮਿਲ ਰਹੇ। ਸੋ C ਵੀ ਆਪਣਾ ਕਿਸੇ ਦੇ ਵੀ ਇਕੁਅਲ ਨਹੀਂ ਹੈਗਾ, ਠੀਕ ਹੈ। ਨੈਕਸਟ ਆਪਾਂ D ਸੈੱਟ ਤੇ ਵੱਧਦੇ ਹਾਂ। D ਤਾਂ ਆਪਾਂ ਕਰ ਹੀ ਲਿਆ, B ਤੇ D ਇਕੁਅਲ ਆ। ਉਸ ਤੋਂ ਬਾਅਦ ਆਪਣਾ E ਸੈੱਟ ਆ ਗਿਆ। E ਦੇ ਆਪਾਂ ਨੂੰ ਐਲੀਮੈਂਟਸ ਦਿੱਤੇ ਹੋਏ ਆ -1 ਐਂਡ 1। ਹੋਰ ਕਿਸੇ ਦੇ ਹੈਗੇ ਆ ਇਹ? ਹਾਂਜੀ, G ਦੇ ਐਲੀਮੈਂਟ ਸੇਮ ਹੀ ਹੈ 1 ਐਂਡ -1। ਆਰਡਰ ਦਾ ਕੋਈ ਫਰਕ ਨਹੀਂ ਪੈਂਦਾ ਵੀ ਅੱਗੇ ਪਿੱਛੇ ਹੋਵੇ, ਬਸ ਐਲੀਮੈਂਟਸ ਹੋਣੇ ਚਾਹੀਦੇ ਆ ਵੀ ਜਿਹੜੇ G ਦੇ ਐਲੀਮੈਂਟਸ ਆ ਉਹ E ਦੇ ਵਿੱਚ ਵੀ ਹੈਗੇ ਆ, ਐਂਡ ਜਿਹੜੇ E ਦੇ ਐਲੀਮੈਂਟਸ ਆ ਉਹ G ਦੇ ਵਿੱਚ ਵੀ ਹੈਗੇ ਆ। ਸੋ ਜਿਹੜਾ ਆਪਣਾ ਇਹ ਸੈੱਟ ਬਣੇਗਾ, ਇਹਨਾਂ ਨੂੰ ਵੀ ਆਪਾਂ ਕੀ ਲਿਖ ਸਕਦੇ ਹਾਂ, E = G। ਕਲੀਅਰ। ਸੋ ਨੈਕਸਟ ਆਪਾਂ F ਸੈੱਟ ਵੱਲ ਵੱਧਦੇ ਹਾਂ। F ਆਪਾਂ ਨੂੰ ਦਿੱਤਾ ਹੋਇਆ 0 ਐਂਡ A। ਹਾਂਜੀ, ਤਾਂ ਇਹ ਐਲੀਮੈਂਟਸ ਆ ਜਿਹੜੇ ਹੋਰ ਕਿਸੇ ਦੇ ਹੈਗੇ ਆ 0 ਐਂਡ A? ਨਹੀਂ, ਬਿਲਕੁਲ ਵੀ ਕਿਸੇ ਦੇ ਹੋਰ ਹੈ ਨਹੀਂ। ਸੋ ਇਹ ਵੀ ਕੀ ਆਏਗਾ, ਕਿਸੇ ਦੇ ਨਾਲ ਵੀ ਇਕੁਅਲ ਹੈ ਨਹੀਂ। ਐਂਡ ਨੈਕਸਟ G ਤਾਂ ਆਪਣਾ ਹੋ ਹੀ ਚੁੱਕਿਆ। ਸੋ ਉਸ ਤੋਂ ਬਾਅਦ ਆ ਗਿਆ ਆਪਣਾ H ਸੈੱਟ। ਸੋ H ਦੇ ਐਲੀਮੈਂਟਸ ਆ 0 ਐਂਡ 1। ਸੋ 0 ਤੇ 1 ਵੀ ਹੋਰ ਕਿਸੇ ਦੇ ਵੀ ਹੈ ਨਹੀਂ। ਸੋ ਜਿਹੜਾ H ਹੋਏਗਾ ਇਹ ਵੀ ਕਿਸੇ ਦੇ ਨਾਲ ਇਕੁਅਲ ਨਹੀਂ ਹੈਗਾ। ਕਲੀਅਰ। ਸੋ ਆਪਣੇ ਜਿਹੜੇ ਇਕੁਅਲ ਸੈੱਟ ਸੀਗੇ ਉਹ ਕਿਹੜੇ ਕਿਹੜੇ ਆ? ਇੱਕ ਤਾਂ B ਤੇ D ਐਂਡ ਇੱਕ E ਤੇ G। ਕਲੀਅਰ। ਸੋ ਇਸ ਦੇ ਨਾਲ ਜਿਹੜੀ ਆਪਣੀ ਐਕਸਰਸਾਈਜ਼ 1.2 ਆ ਉਹ ਕੰਪਲੀਟ ਹੁੰਦੀ ਹੈ। ਕਾਫੀ ਈਜ਼ੀ ਐਕਸਰਸਾਈਜ਼ ਸੀ, ਬਟ ਇਹ ਬੇਸ ਸੀਗੀ। ਸੋ ਇਸ ਨੂੰ ਧਿਆਨ ਨਾਲ ਕਰ ਲਿਓ, ਬਿਕੋਜ਼ ਅੱਗੇ ਜਾ ਕੇ ਆਪਾਂ ਹੌਲੀ ਹੌਲੀ ਥੋੜ੍ਹਾ ਜਿਹਾ ਔਖਾ ਕਰਦੇ ਜਾਵਾਂਗੇ। ਸੋ ਤੁਹਾਨੂੰ ਉਹ ਈਜ਼ਲੀ ਸਮਝ ਆਵੇ, ਇਸ ਲਈ ਇਸ ਨੂੰ ਚੰਗੇ ਤਰੀਕੇ ਕਰ ਲਿਓ, ਠੀਕ ਹੈ। ਐਂਡ ਪਲੀਜ਼ ਜਿਹੜੀਆਂ ਅੱਜ ਆਪਾਂ ਇਹ ਡੈਫੀਨੇਸ਼ਨਸ ਕੀਤੀਆਂ, ਜਿਵੇਂ ਕਿ ਇਕੁਅਲ ਸੈਟਸ ਦੀ ਕੀਤੀ ਸੀ, ਐਮਟੀ ਸੈਟ ਦੀ ਕੀਤੀ ਸੀ, ਫਾਈਨਾਈਟ ਤੇ ਇਨਫਾਈਨਾਈਟ ਕੀਤਾ ਸੀ। ਸੋ ਇਹਨਾਂ ਦੀਆਂ ਡੈਫੀਨੇਸ਼ਨਸ ਨੂੰ ਤੁਸੀਂ ਚੰਗੇ ਤਰੀਕੇ ਆਪਣੇ ਹੱਥ ਨਾਲ ਨੋਟ ਕਰ ਲਿਓ, ਠੀਕ ਹੈ। ਬਿਕੋਜ਼ ਇਹ ਕਾਫੀ ਇੰਪੋਰਟੈਂਟ ਰਹਿਣੀਆਂ ਮੇਨਲੀ IIT ਦੇ ਵਿੱਚ। ਸੋ ਜਿਨ੍ਹਾਂ ਨੇ ਉਹ ਐਗਜ਼ਾਮ ਦੇਣਾ JEE ਐਡਵਾਂਸ ਦਾ ਜਾਂ JEE ਮੇਨ ਦਾ, ਉਸ ਦੇ ਵਿੱਚ ਇਹ ਜ਼ਿਆਦਾਤਰ ਆਉਂਦੀਆਂ ਹੀ ਆਉਂਦੀਆਂ। ਸੋ ਇਹਨਾਂ ਨੂੰ ਚੰਗੇ ਤਰੀਕੇ ਆਪਣੇ ਹੱਥ ਨਾਲ ਨੋਟ ਕਰ ਲਿਓ। ਸੋ ਨੈਕਸਟ ਆਪਾਂ 1.3 ਐਕਸਰਸਾਈਜ਼ ਵਿੱਚ ਮਿਲਦੇ ਹਾਂ, ਠੀਕ ਹੈ।